ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੀ ਵੱਡੀ 에ਅਰਲਾਈਨ ਯਾਤਰੀਆਂ ਨੂੰ ਦੇਵੇਗੀ ਮੁਆਵਜ਼ਾ। ਸਰਕਾਰ ਦੇ ਨਾਲ 에ਅਰਲਾਈਨ ਨੇ ਕੀਤੀ $700 ਮਿਲੀਅਨ ਦੀ ਡੀਲ। ਸਰੀ ਵਾਸੀਆਂ ਦੇ ਵਿੱਚ ਵੈਕਸੀਨ ਲਗਵਾਉਣ ਦਾ ਉਤਸ਼ਾਹ। ਕਲੀਨਿਕ ਬਾਹਰ ਲੱਗੀਆਂ ਲੰਬੀਆਂ ਕਤਾਰਾਂ। ਬਾਰਡਰ ਤੇ ਨਸ਼ੇ ਦੇ ਨਾਲ ਫੜੇ ਟਰੱਕ। ਅਧਿਕਾਰੀਆਂ ਨੇ ਫੜੇ 2 ਟਰੱਕ। ਮਈ 1 ਤੋਂ ਲਾਗੂ ਹੋਣਗੇ ICBC ਦੇ ਨਵੇਂ ਨਿਯਮ। ਗ੍ਰਾਹਕਾਂ ਨੂੰ ਹੋਵੇਗਾ 20% ਫਾਇਦਾ। ਕੈਨੇਡਾ ਨੇ 2 ਐਕਸਪ੍ਰੈਸ ਐਂਟਰੀ ਡਰਾਅ ਦਾ ਕੀਤਾ ਐਲਾਨ। ਵੱਡੀ ਗਿਣਤੀ ਉਮੀਦਵਾਰਾਂ ਦੀ ਝਾਕੀ ਕਿਸਮਤ। ਵਿਰੋਧੀ ਪਾਰਟੀ ਲੀਡਰ ਦੀ ਸਰਕਾਰ ਤੋਂ ਮੰਗ 24 ਮਈ ਤੱਕ ਲੱਗਣ ਸਾਰਿਆਂ ਨੂੰ ਟੀਕੇ। ਜਾਣੋ ਕੈਨੇਡਾ ਦੀ ਕੋਰੋਨਾ ਬਾਰੇ ਅਪਡੇਟ। ਕੈਨੇਡਾ ਦੀ 에ਅਰਲਾਈਨ ਟ੍ਰਾਂਜ਼ਿਟ ਵੱਲੋਂ $700 ਮਿਲੀਅਨ ਦੀ ਡੀਲ ਆਟਵਾ ਦੇ ਨਾਲ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਯਾਤਰੀਆਂ ਦੀਆਂ ਉਡਾਨਾਂ ਰੱਦ ਹੋਈਆਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਦੱਸ ਦਈਏ ਕਿ ਸਰਕਾਰ ਦੇ ਕਹਿਣ ਦੇ ਉੱਪਰ ਇਸ 에ਅਰਲਾਈਨ ਵੱਲੋਂ ਜਨਵਰੀ ਮਹੀਨੇ ਮੈਕਸੀਕੋ ਅਤੇ ਕੈਰੀਬੀਅਨ ਦੇ ਨਾਲ ਆਪਣੀਆਂ ਉਡਾਨਾਂ ਬੰਦ ਕੀਤੀਆਂ ਸਨ ਅਤੇ ਹੁਣ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਡੀਲ ਕੀਤੀ ਗਈ ਉਸ ਦੇ ਵਿੱਚੋਂ ਕੁਝ ਫੀਸਦੀ ਹਿੱਸਾ ਜਿਹੜੇ ਟਰੈਵਲਰਸ ਨੇ ਉਹਨਾਂ ਨੂੰ ਰਿਫੰਡ ਕਰਨ ਦੇ ਉੱਪਰ ਵਰਤਿਆ ਜਾਵੇਗਾ। ਟਰੈਵਲ ਕੰਪਨੀ ਟ੍ਰਾਂਜ਼ਿਟ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ $700 ਮਿਲੀਅਨ ਦੀ ਫੈਡਰਲ ਸਰਕਾਰ ਦੇ ਨਾਲ ਡੀਲ ਕੀਤੀ ਗਈ ਹੈ। ਨਾਲ ਹੀ ਦੱਸਿਆ ਗਿਆ ਕਿ ਇਸ ਦੇ ਵਿੱਚੋਂ ਅੱਧਾ ਹਿੱਸਾ ਰਿਫੰਡ ਦੇ ਲਈ ਦਿੱਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਜਿਹੜੇ ਯਾਤਰੀਆਂ ਦੀਆਂ ਵੀ ਉਡਾਨਾਂ ਰੱਦ ਹੋਈਆਂ ਸਨ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਹ ਫਰਵਰੀ 1, 2020 ਤੋਂ ਬਾਅਦ ਵਾਲੀਆਂ ਉਡਾਨਾਂ ਜੋ ਰੱਦ ਹੋਈਆਂ ਉਹਨਾਂ ਵਾਸਤੇ ਹੋਵੇਗਾ। ਇਹ ਪੈਸੇ ਫੈਡਰਲ ਗਵਰਨਮੈਂਟ ਲਾਰਜ ਇੰਪਲੋਈ ਐਮਰਜੈਂਸੀ ਫਾਈਨਾਂਸਿੰਗ ਫੈਸਿਲਿਟੀ ਤੋਂ ਆਵੇਗਾ। ਇਸੇ ਪ੍ਰੋਗਰਾਮ ਦੇ ਰਾਹੀਂ ਸਰਕਾਰ ਵੱਲੋਂ 에ਅਰ ਕੈਨੇਡਾ ਦੀ ਵੀ ਮਦਦ ਕੀਤੀ ਗਈ ਸੀ। ਟ੍ਰਾਂਜ਼ਿਟ ਨੇ ਕਿਹਾ ਹੈ ਕਿ $390 ਮਿਲੀਅਨ ਕਾਰੋਬਾਰ ਜਾਣੀ ਕਿ ਬਿਜ਼ਨਸ ਦੇ ਉੱਪਰ ਵਰਤੇ ਜਾਣਗੇ। ਇਸ ਦੇ ਨਾਲ ਹੀ $310 ਮਿਲੀਅਨ ਦੇ ਨਾਲ ਯਾਤਰੀਆਂ ਨੂੰ ਰੀਫੰਡ ਜਾਣੀ ਕਿ ਮੁਆਵਜ਼ਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਦੀ ਅਪੀਲ ਦੇ ਉੱਪਰ ਜਨਵਰੀ ਮਹੀਨੇ ਟ੍ਰਾਂਜ਼ਿਟ ਵੱਲੋਂ ਮੈਕਸੀਕੋ ਅਤੇ ਕੈਰੀਬੀਅਨ ਦੇ ਲਈ ਉਡਾਨਾਂ ਬੰਦ ਕੀਤੀਆਂ ਗਈਆਂ ਸਨ। ਇਹ ਕਦਮ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਚੁੱਕਿਆ ਗਿਆ ਸੀ। ਨਾਲ ਹੀ ਰਿਫੰਡ ਦੀ ਜਾਣਕਾਰੀ ਆਨਲਾਈਨ ਹੈ, ਇਹ ਵੀ ਟ੍ਰਾਂਜ਼ਿਟ ਕੰਪਨੀ ਵੱਲੋਂ ਦੱਸਿਆ ਗਿਆ ਹੈ। ਸਰੀ ਦੇ ਲੋਕਾਂ ਦੇ ਵਿੱਚ ਵੈਕਸੀਨ ਲਗਵਾਉਣ ਦੇ ਲਈ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਉਦੋਂ ਪਤਾ ਚੱਲਿਆ ਜਦੋਂ ਵੈਕਸੀਨ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਨਜ਼ਰ ਆਈਆਂ। ਲੋਕਾਂ ਵੱਲੋਂ ਘੰਟਿਆਂ ਤੱਕ ਇੰਤਜ਼ਾਰ ਕੀਤਾ ਗਿਆ ਤਾਂ ਕਿ ਉਹਨਾਂ ਦੀ ਵਾਰੀ ਆਵੇ ਤੇ ਉਹ ਵੀ ਟੀਕਾ ਲਗਵਾਉਣ। ਇਸ ਖਬਰ ਦੇ ਵਿੱਚ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਸਰੀ ਦੇ ਵਿੱਚ ਕੋਰੋਨਾ ਵੈਕਸੀਨ ਲਗਵਾਉਣ ਦੇ ਲਈ ਲੋਕਾਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਵੈਕਸੀਨ ਕਲੀਨਿਕ ਦੇ ਬਾਹਰ ਲੰਬੀਆਂ ਲਾਈਨਾਂ ਨਜ਼ਰ ਆਈਆਂ। ਫਰੇਜ਼ਰ ਹੈਲਥ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ 3 ਡ੍ਰੌਪ-ਇਨ ਕਲੀਨਿਕਸ ਖੋਲ੍ਹੇ ਜਾਣਗੇ, ਜਿਨ੍ਹਾਂ ਦੇ ਵਿੱਚੋਂ 2 ਸਰੀ ਦੇ ਵਿੱਚ ਜੋ ਕਿ ਵੈਲੀ ਅਤੇ ਕਲੋਵਰਡੇਲ ਦੇ ਵਿੱਚ ਖੋਲ੍ਹੇ ਗਏ ਅਤੇ ਨਾਲ ਹੀ ਇੱਕ ਕੋਕੁਇਟਲਮ ਦੇ ਵਿੱਚ ਖੋਲ੍ਹਿਆ ਗਿਆ। ਫਰੇਜ਼ਰ ਹੈਲਥ ਵੱਲੋਂ ਕੀਤੇ ਗਏ ਐਲਾਨ ਦੇ ਵਿੱਚ ਪੌਪ-ਅਪ ਵੈਕਸੀਨ ਕਲੀਨਿਕ ਜੋ ਕਿ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਹੈ, ਉਸ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ। ਨਿਊਟਨ ਦੇ ਕਲੀਨਿਕ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ, ਜਿੱਥੇ ਲੋਕਾਂ ਵੱਲੋਂ ਕਈ ਘੰਟਿਆਂ ਤੱਕ ਇੰਤਜ਼ਾਰ ਕੀਤਾ ਗਿਆ, ਪਰ ਬਾਅਦ ਦੇ ਵਿੱਚ ਕਈਆਂ ਨੂੰ ਵਾਪਸ ਜਾਣਾ ਪਿਆ ਕਿਉਂਕਿ ਇੱਥੇ ਜਿਹੜੀ ਸਪਲਾਈ ਸੀ ਉਹ ਖਤਮ ਹੋ ਗਈ ਸੀ। ਵੈਲੀ ਕਲੀਨਿਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ 12:30 ਵਜੇ ਤੋਂ ਲੈ ਕੇ 7 ਵਜੇ ਤੱਕ ਚੱਲਿਆ, ਜਿੱਥੇ 40 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਸੀ। ਕਲੋਵਰਡੇਲ ਕਲੀਨਿਕ 12:30 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਿਆ ਗਿਆ, ਜਿੱਥੇ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਲਗਾਈ ਜਾ ਰਹੀ ਸੀ। ਇਸ ਦੇ ਨਾਲ ਹੀ ਵੈਬਸਾਈਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੋਰ ਵੀ ਪੌਪ-ਅਪ ਕਲੀਨਿਕਸ ਖੋਲ੍ਹੇ ਜਾਣਗੇ, ਜਿੱਥੇ ਐਸਟ੍ਰਾਜੈਨੇਕਾ ਵੈਕਸੀਨ ਲਗਾਈ ਜਾਵੇਗੀ, ਜੋ ਕਿ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਹੋਵੇਗੀ। ਪਰ ਇਸ ਦੇ ਵਾਸਤੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਜਿਹੜੀਆਂ ਲੰਬੀਆਂ ਲਾਈਨਾਂ ਲੋਕਾਂ ਦੀਆਂ ਇਹਨਾਂ ਕਲੀਨਿਕਸ ਦੇ ਬਾਹਰ ਦੇਖੀਆਂ ਗਈਆਂ, ਜੋ ਕਿ ਟੀਕਾ ਲਗਵਾਉਣ ਦੇ ਵਾਸਤੇ ਆਏ ਹੋਏ ਸੀ, ਇਸ ਨੂੰ ਦੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਸਮੇਂ ਲੋਕ ਕੋਰੋਨਾ ਵੈਕਸੀਨ ਲਗਵਾਉਣ ਦੇ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕੈਨੇਡਾ US ਬਾਰਡਰ ਦੇ ਉੱਪਰ 2 ਟਰੱਕ ਫੜੇ ਗਏ। ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਮੈਰੀਜੁਆਨਾ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਅਜੇ ਜਿਹੜੇ ਡਰਾਈਵਰਸ ਨੇ ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ, ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਉੱਪਰ ਮੁਕੱਦਮਾ ਚਲਾਇਆ ਜਾਵੇਗਾ। ਦੱਸ ਦਈਏ ਕਿ ਮਾਰਚ 2020 ਤੋਂ ਹੀ ਕੈਨੇਡਾ US ਬਾਰਡਰ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਬੰਦ ਕੀਤਾ ਗਿਆ, ਪਰ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਟਰੱਕ ਨਸ਼ੇ ਦੇ ਨਾਲ ਫੜੇ ਜਾ ਰਹੇ ਹਨ। ਕੈਨੇਡਾ US ਬਾਰਡਰ ਤੋਂ 2 ਟਰੱਕ ਫੜੇ ਗਏ ਹਨ।
ਦਰਅਸਲ ਇਹਨਾਂ ਟਰੱਕਾਂ ਤੋਂ 4.5 ਮਿਲੀਅਨ ਡਾਲਰ ਦਾ ਮੈਰੀਜੁਆਨਾ ਬਰਾਮਦ ਕੀਤਾ ਗਿਆ, ਜਿਸ ਦੇ ਚੱਲਦਿਆਂ ਇਹਨਾਂ ਟਰੱਕਾਂ ਨੂੰ ਕਾਬੂ ਕੀਤਾ ਗਿਆ। ਇਹ ਟਰੱਕਾਂ ਨੂੰ ਨਾਰਥ ਡਕੋਟਾ ਤੋਂ ਫੜਿਆ ਗਿਆ ਅਤੇ ਹੁਣ ਇਹਨਾਂ ਦੇ ਉੱਪਰ ਮੁਕੱਦਮਾ ਚਲਾਇਆ ਜਾਵੇਗਾ। ਆਫਿਸਰਸ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਟਰੱਕ ਮੈਨੀਟੋਬਾ ਤੋਂ ਆ ਰਹੇ ਸਨ। ਆਫਿਸਰਸ ਦੀ ਜਾਣਕਾਰੀ ਦੇ ਮੁਤਾਬਕ 2800 ਪੌਂਡ ਦਾ ਮੈਰੀਜੁਆਨਾ ਇਹਨਾਂ ਟਰੱਕਾਂ ਦੇ ਵਿੱਚੋਂ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਪੈਂਬੀਨਾ ਪੋਰਟ ਦੇ ਉੱਪਰ ਇਹਨਾਂ ਟਰੱਕਾਂ ਦੀ ਇੰਸਪੈਕਸ਼ਨ ਕੀਤੀ ਗਈ ਸੀ। ਜਿਹੜੇ ਡਰਾਈਵਰਾਂ ਨੂੰ ਫੜਿਆ ਗਿਆ ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਇਸ ਬਾਰੇ ਵਿੱਚ ਕੋਈ ਵੀ ਹੋਰ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਨਹੀਂ ਕੀਤੀ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਿਰਫ ਉਹਨਾਂ ਨੇ ਇਹੀ ਦੱਸਿਆ ਕਿ ਉਹਨਾਂ ਤੋਂ ਕਿੰਨਾ ਮੈਰੀਜੁਆਨਾ ਬਰਾਮਦ ਕੀਤਾ ਗਿਆ। ਪਿਛਲੇ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਕਈ ਟਰੱਕ ਫੜੇ ਜਾ ਰਹੇ ਨੇ ਜਿਨ੍ਹਾਂ ਤੋਂ ਨਸ਼ਾ ਬਰਾਮਦ ਹੁੰਦਾ ਹੈ। ਉਧਰ ਜੇਕਰ ਕੈਨੇਡਾ US ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਮਾਰਚ 2020 ਤੋਂ ਹੀ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਇਸ ਨੂੰ ਬੰਦ ਕੀਤਾ ਗਿਆ, ਪਰ ਫਿਰ ਵੀ ਬਹੁਤ ਸਾਰੇ ਅਜਿਹੇ ਟਰੱਕ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਨਸ਼ੇ ਦੇ ਨਾਲ ਬਰਾਮਦ ਕੀਤਾ ਜਾਂਦਾ ਹੈ। ਜ਼ਿਆਦਾਤਰ ਟਰੱਕ ਮੈਨੀਟੋਬਾ ਤੋਂ ਆਉਂਦੇ ਨੇ, ਜਿਨ੍ਹਾਂ ਨੂੰ ਡੈਟਰੋਇਟ, ਬਫੈਲੋ ਜਾਂ ਫਿਰ ਨਿਊਯਾਰਕ ਤੋਂ ਫੜਿਆ ਜਾਂਦਾ ਹੈ। ICBC ਦੇ ਨਵੇਂ ਨਿਯਮਾਂ ਦੀ ਸ਼ੁਰੂਆਤ ਕੈਨੇਡਾ ਦੇ ਵਿੱਚ ਹੋਣ ਜਾ ਰਹੀ ਹੈ, ਜੋ ਕਿ ਮਈ 1 ਤੋਂ ਲਾਗੂ ਹੋ ਜਾਣਗੇ। ਇਸ ਦੇ ਨਾਲ ਗ੍ਰਾਹਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ, ਜਿਸ ਦੀ ਜਾਣਕਾਰੀ ਦਿੱਤੀ ਗਈ ਹੈ। ਉਸ ਮੁਤਾਬਕ ਗ੍ਰਾਹਕਾਂ ਨੂੰ 20% ਦਾ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਵੇਗਾ। ਇਸ ਹਫ਼ਤੇ ICBC ਦਾ ਨਵਾਂ ਮਾਡਲ ਪ੍ਰਭਾਵ ਦੇ ਵਿੱਚ ਆ ਰਿਹਾ ਹੈ। BC ਦੇ ਮਹਿੰਗੇ ਕਾਰ ਇੰਸ਼ੋਰੈਂਸ ਰੇਟ ਹੁਣ ਘੱਟ ਹੋਣਗੇ। ਮਈ 1 ਤੋਂ ਇਹ ਲਾਗੂ ਹੋਵੇਗਾ। ਕਰਾਊਨ ਕਾਰਪੋਰੇਸ਼ਨ ਵੱਲੋਂ ਕੇਅਰ ਬੇਸਡ ਮਾਡਲ ਸ਼ੁਰੂ ਕੀਤਾ ਗਿਆ। ਇਸ ਦੇ ਮੁਤਾਬਕ ਜਿਹੜੇ ਗ੍ਰਾਹਕ 1 ਮਈ ਤੋਂ ICBC ਕੋਲੋਂ ਫੁੱਲ ਬੇਸਿਕ ਅਤੇ ਆਪਸ਼ਨ ਇੰਸ਼ੋਰੈਂਸ ਖਰੀਦਣਗੇ, ਉਹਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ 20% ਦੀ ਬਚਤ ਹੋਵੇਗੀ। ਇਸ ਬਾਰੇ ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਜਿਹੜੇ ਗ੍ਰਾਹਕਾਂ ਦੀ ਪਾਲਿਸੀ ਮਈ 1 ਨੂੰ ਐਕਸਟੈਂਡ ਹੋਈ, ਉਹਨਾਂ ਨੂੰ ਵਨ ਟਾਈਮ ਰਿਫੰਡ ਮਿਲੇਗਾ। ਇਸ ਰਿਫੰਡ ਨੂੰ ਮੌਜੂਦਾ ਕਵਰੇਜ ਪਲਾਨ ਅਤੇ ਨਵੇਂ ਲੋਅਰ ਕਾਸਟ ਐਨਹਾਂਸਡ ਕੇਅਰ ਕਵਰੇਜ ਤੇ ਗਿਣਿਆ ਜਾਵੇਗਾ। ਜਿਹੜੇ ਗ੍ਰਾਹਕਾਂ ਨੂੰ ਕਲੇਮਸ ਬੈਨੀਫਿਟ ਪੇਮੈਂਟ ਦੇ ਬਾਰੇ ਵਿੱਚ ਕੋਈ ਵੀ ਸ਼ਿਕਾਇਤ ਹੈ, ਉਹਨਾਂ ਨੂੰ ਇਸ ਵਾਸਤੇ ਲਾਇਰ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਸਭ ਕੁਝ ਦ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਦੇ ਨਾਲ ਹੀ ਹੱਲ ਹੋ ਜਾਵੇਗਾ। ਦੱਸੀਏ ਕਿ ਇਸ ਨਵੇਂ ICBC ਦੇ ਮਾਡਲ ਦੀ ਸ਼ੁਰੂਆਤ ਮਈ 1 ਅੱਧੀ ਰਾਤ ਤੋਂ ਹੋ ਜਾਵੇਗੀ ਅਤੇ ਇਸ ਦੇ ਨਾਲ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਜਿਹੜੇ ਵੀ ਹੁਣ ਫੁੱਲ ਬੇਸਿਕ ਅਤੇ ਆਪਸ਼ਨ ਇੰਸ਼ੋਰੈਂਸ ਖਰੀਦਣਗੇ, ਉਹਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਚਤ ਹੋਵੇਗੀ, ਜੋ ਕਿ 20% ਬਚਤ ਦੱਸੀ ਗਈ ਹੈ। ਕੈਨੇਡਾ ਵੱਲੋਂ 2 ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇੱਕ ਇਹਨਾਂ ਦੇ ਵਿੱਚੋਂ PNP ਸਪੈਸੀਫਿਕ ਡਰਾਅ ਸੀ, ਜਿਸ ਨੂੰ ਕੱਢਿਆ ਗਿਆ। ਕਈ ਉਮੀਦਵਾਰਾਂ ਦੀ ਇਸ ਦੇ ਤਹਿਤ ਕਿਸਮਤ ਜਾਗੀ ਹੈ। ਦੱਸਦੀਏ ਕਿ ਐਕਸਪ੍ਰੈਸ ਐਂਟਰੀ ਜੋ ਡਰਾਅ ਕੱਢਿਆ ਗਿਆ, ਉਸ ਦੇ ਲਈ CRS ਪੁਆਇੰਟ ਵੀ ਹੇਠ ਆਏ ਤੇ ਨਾਲ ਦੀ ਨਾਲ 6000 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੈਨੇਡਾ ਦੇ ਵਿੱਚ 2 ਐਕਸਪ੍ਰੈਸ ਐਂਟਰੀ ਡਰਾਅ ਕੱਢੇ ਗਏ। ਦਰਅਸਲ ਕੈਨੇਡਾ ਵੱਲੋਂ ਇੱਕ ਐਕਸਪ੍ਰੈਸ ਐਂਟਰੀ ਤੇ ਦੂਸਰੇ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ। ਕੈਨੇਡਾ ਵੱਲੋਂ ਜਿਹੜੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਇਸ ਵਿੱਚ CRS ਸਕੋਰ 400 ਦੇ ਉੱਪਰ ਆ ਗਿਆ। ਇਸ ਦੇ ਨਾਲ ਹੀ 6000 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਤੇ ਦੂਸਰੇ ਪਾਸੇ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦੇ ਵਿੱਚ CRS 717 ਦੀ ਜ਼ਰੂਰਤ ਰਹੀ, ਜਿੱਥੇ 381 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਗਏ। ਜਿਹੜੇ ਉਮੀਦਵਾਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਪਰਮਾਨੈਂਟ ਰੈਜ਼ੀਡੈਂਸ ਦੇ ਵਾਸਤੇ ਐਲੀਜੀਬਲ ਸਨ, ਉਹਨਾਂ ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਸੱਦੇ ਦਿੱਤੇ ਗਏ। CEC ਸਪੈਸੀਫਿਕ ਡਰਾਅ ਦੇ ਤਹਿਤ ਅਜਿਹਾ ਦੂਸਰੀ ਵਾਰ ਹੋਇਆ ਜਦੋਂ ਘੱਟ ਸਕੋਰਸ ਦੀ ਜ਼ਰੂਰਤ ਰਹੀ। ਜਾਣਕਾਰੀ ਦੇ ਲਈ ਦੱਸ ਦਈਏ ਕਿ CEC ਦੀ ਸ਼ੁਰੂਆਤ 2008 ਦੇ ਵਿੱਚ ਕੀਤੀ ਗਈ ਸੀ, ਜੋ ਕਿ ਟੈਂਪਰੇਰੀ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਗ੍ਰੈਜੂਏਟ ਦੇ ਵਾਸਤੇ ਖੋਲ੍ਹਿਆ ਗਿਆ ਸੀ। ਇਸ ਨਵੇਂ ਡਰਾਅ ਨੂੰ ਜੋੜ ਕੇ ਦੇਖਿਆ ਗਿਆ ਕਿ 2021 ਹੁਣ ਤੱਕ ਐਕਸਪ੍ਰੈਸ ਐਂਟਰੀ ਡਰਾਅ ਵੱਲੋਂ 61,771 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਦੱਸੀਏ ਕਿ ਫਰਵਰੀ 13 ਨੂੰ ਐਕਸਪ੍ਰੈਸ ਐਂਟਰੀ ਵੱਲੋਂ ਸਭ ਤੋਂ ਵੱਡਾ ਡਰਾਅ ਕੱਢਿਆ ਗਿਆ ਸੀ, ਜਿੱਥੇ ਇੱਕੋ ਵਾਰ ਦੇ ਵਿੱਚ ਰਿਕਾਰਡ ਤੋੜ ਇਨਵੀਟੇਸ਼ਨ ਦਿੱਤੇ ਗਏ ਸਨ। ਉਧਰ ਜੇਕਰ PNP ਸਪੈਸੀਫਿਕ ਡਰਾਅ ਦੀ ਗੱਲ ਕਰੀਏ ਤਾਂ ਇਸ ਦਾ ਐਲਾਨ ਅਪ੍ਰੈਲ 28 ਨੂੰ ਕੀਤਾ ਗਿਆ, ਜਿਸ ਦੇ ਤਹਿਤ 381 ਉਮੀਦਵਾਰਾਂ ਦੀ ਕਿਸਮਤ ਜਾਗੀ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆਪਣਾ ਟੀਚਾ ਮਿੱਥਿਆ ਗਿਆ, ਉਸ ਨੂੰ ਪੂਰਾ ਕਰਨ ਦੇ ਲਈ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ।
2021 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਸਤੇ 4,01,000 ਨਵੇਂ PR ਦਾ ਸਵਾਗਤ ਕਰਨਾ ਹੈ। ਅਜਿਹਾ ਟੀਚਾ ਮਿਥਿਆ ਗਿਆ। ਇਨ੍ਹਾਂ ਵਿੱਚੋਂ 1,08,500 ਅਜਿਹੇ ਹੋਣਗੇ ਜਿਨ੍ਹਾਂ ਦਾ ਸਵਾਗਤ ਐਕਸਪ੍ਰੈਸ ਐਂਟਰੀ ਮੈਨੇਜਡ ਪ੍ਰੋਗਰਾਮ ਦੇ ਜ਼ਰੀਏ ਕੀਤਾ ਜਾਵੇਗਾ। ਕਿਉਂਕਿ ਪਿਛਲੀ ਵਾਰ ਦਾ ਜੋ ਟਾਰਗੇਟ ਸੀ ਉਹ ਪੂਰਾ ਨਹੀਂ ਹੋ ਸਕਿਆ, ਇਸ ਦੇ ਚੱਲਦਿਆਂ ਹੁਣ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਇਸ ਵਾਰ ਦਾ ਟਾਰਗੇਟ ਪੂਰੀ ਤਰ੍ਹਾਂ ਦੇ ਨਾਲ ਅਚੀਵ ਕੀਤਾ ਜਾ ਸਕੇ। ਕੈਨੇਡਾ ਦੀ ਵਿਰੋਧੀ ਪਾਰਟੀ ਵੱਲੋਂ ਫੈਡਰਲ ਸਰਕਾਰ ਤੋਂ ਇੱਕ ਖਾਸ ਮੰਗ ਕੀਤੀ ਜਾ ਰਹੀ ਹੈ। ਦਰਅਸਲ ਕੰਜ਼ਰਵੇਟਿਵ ਲੀਡਰ ਓਟੂਲ ਨੇ ਮੰਗ ਕੀਤੀ ਹੈ ਕਿ ਮਈ 24 ਤੱਕ ਕੈਨੇਡਾ ਦੇ ਅਡਲਟਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਇਆ ਜਾਵੇ। ਨਾਲ ਹੀ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਦੱਸ ਦਈਏ ਕਿ ਓਨਟਾਰੀਓ ਵੱਲੋਂ ਵੀ ਵੈਕਸੀਨੇਸ਼ਨ ਦੇ ਨਵੇਂ ਪਲਾਨ ਦੀ ਸ਼ੁਰੂਆਤ ਕੁਝ ਹੀ ਹਫ਼ਤਿਆਂ ਦੇ ਵਿੱਚ ਕੀਤੀ ਜਾਵੇਗੀ, ਜਿਸ ਦੇ ਵਿੱਚ ਹੁਣ ਜਿਹੜੇ 18 ਸਾਲ ਤੋਂ ਉਮਰ ਵਾਲੇ ਸਾਰੇ ਐਲੀਜੀਬਲ ਹੋਣਗੇ ਟੀਕਾ ਲਗਵਾਉਣ ਦੇ ਲਈ। ਕਿਊਬੈਕ ਵੱਲੋਂ ਵੀ 2 ਹਫ਼ਤਿਆਂ ਦੇ ਵਿੱਚ ਅਜਿਹਾ ਕੀਤਾ ਜਾ ਰਿਹਾ ਹੈ। ਬਾਕੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਹਨ। ਓਟੂਲ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਈ 24 ਤੱਕ ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਏ ਜਾਣੇ ਚਾਹੀਦੇ ਹਨ। ਕੰਜ਼ਰਵੇਟਿਵ ਲੀਡਰ ਓਟੂਲ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਮਈ 24 ਤੱਕ ਸਾਰੇ ਅਡਲਟਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਇਆ ਜਾਣਾ ਚਾਹੀਦਾ ਹੈ। ਉਧਰ ਕੋਵਿਡ-19 ਦੇ ਨਾਲ ਸੰਬੰਧਿਤ ਬਾਕੀ ਅਪਡੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਓਨਟਾਰੀਓ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਈ ਆਖਿਰ ਤੱਕ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਸਾਰੇ ਕਰੋਨਾ ਟੀਕੇ ਦੇ ਲਈ ਐਲੀਜੀਬਲ ਹੋਣਗੇ। ਇਸ ਦੇ ਨਾਲ ਹੀ ਓਨਟਾਰੀਓ ਤੋਂ 24 ਘੰਟਿਆਂ ਦੌਰਾਨ 3,871 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 41 ਮੌਤਾਂ ਵੀ ਇਸ ਵਾਇਰਸ ਦੇ ਕਰਕੇ ਦਰਜ ਕੀਤੀਆਂ ਗਈਆਂ। ਟੋਰਾਂਟੋ ਤੋਂ 1,172, ਪੀਰ ਰੀਜਨ ਤੋਂ 901, ਯਾਰਕ ਰੀਜਨ ਤੋਂ 392, ਦੁਰਹਮ ਰੀਜਨ ਤੋਂ 292 ਕਰੋਨਾ ਮਾਮਲੇ ਸਾਹਮਣੇ ਆਏ। ਬੀਤੇ 24 ਘੰਟਿਆਂ ਦੌਰਾਨ 41 ਮੌਤਾਂ ਤੋਂ ਬਾਅਦ ਹੁਣ ਤੱਕ ਦਾ ਅੰਕੜਾ 8,029 ਦੇ ਉੱਪਰ ਪਹੁੰਚ ਗਿਆ। ਹਸਪਤਾਲ ਦੇ ਵਿੱਚ 2,248 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 884 ਇੰਟੈਂਸਿਵ ਕੇਅਰ ਅਧੀਨ ਹਨ ਅਤੇ 620 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਵੱਲੋਂ ਅਗਲੇ 2 ਹਫ਼ਤਿਆਂ ਦੌਰਾਨ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਸਾਰਿਆਂ ਦੇ ਲਈ ਕੋਵਿਡ ਵੈਕਸੀਨੇਸ਼ਨ ਪਲਾਨ ਦੀ ਸ਼ੁਰੂਆਤ ਕੀਤੀ ਜਾਵੇਗੀ। ਕਿਊਬੈਕ ਤੋਂ 1,042 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 10 ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ। ਹੁਣ ਤੱਕ 3,48,732 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 10,913 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ 623 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 165 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟੇ ਦੌਰਾਨ 230 ਨਵੇਂ ਮਾਮਲੇ ਸਾਹਮਣੇ ਆਏ ਅਤੇ 2 ਮੌਤਾਂ ਰਿਕਾਰਡ ਕੀਤੀਆਂ ਗਈਆਂ। ਕੈਨੇਡਾ ਤੋਂ ਹੁਣ ਤੱਕ 1.21 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 24,166 ਦੇ ਕਰੀਬ ਹੁਣ ਤੱਕ ਜਾਨਾਂ ਜਾ ਚੁੱਕੀਆਂ ਨੇ। ਉਧਰ 1.1 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਕੇਸ ਹਨ। ਓਨਟਾਰੀਓ ਵੱਲੋਂ ਆਪਣੀ ਇਮੀਗ੍ਰੇਸ਼ਨ ਦੇ ਵਿੱਚ ਬਦਲਾਵ ਕੀਤਾ ਗਿਆ, ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ PNP ਨੇ ਉਸ ਦੇ ਵਾਸਤੇ EOI ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਵੈਬਸਾਈਟ ਦੇ ਉੱਪਰ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਨਾਲ ਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇਸ ਦਾ ਕੀ ਫਾਇਦਾ ਹੋਵੇਗਾ। ਬਾਕੀ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਓਨਟਾਰੀਓ ਵੱਲੋਂ 2 ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਲਈ ਨਵੇਂ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਸ਼ੁਰੂਆਤ ਕੀਤੀ ਗਈ। ਇਹ ਸਿਸਟਮ ਇੰਪਲੋਇਰ ਜੌਬ ਆਫਰ ਕੈਟੇਗਰੀ ਦੇ ਵਿੱਚ ਫੋਰਨ ਵਰਕਰ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਹੈ। ਵੈਬ ਪੇਜ ਦੇ ਮੁਤਾਬਕ ਇਨ ਡਿਮਾਂਡ ਸਕਿੱਲਸ ਅਤੇ ਮਾਸਟਰ ਗ੍ਰੈਜੂਏਟਸ, ਇਸ ਦੇ ਨਾਲ ਹੀ PhD ਗ੍ਰੈਜੂਏਟ ਸਟਰੀਮਸ ਦੇ ਲਈ ਵੀ EOI ਸਿਸਟਮ ਖੋਲ੍ਹਿਆ ਜਾ ਸਕਦਾ ਹੈ। ਹੁਣ ਸਵਾਲ ਹੈ ਕਿ ਇਸ ਦੇ ਨਾਲ ਕੀ ਬਦਲੇਗਾ, ਯਾਨੀ ਕਿ ਇਸ ਦੇ ਨਾਲ ਕੀ ਪ੍ਰਭਾਵ ਪਵੇਗਾ। ਜੇਕਰ ਤੁਸੀਂ ਓਨਟਾਰੀਓ ਦੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਾਸਤੇ ਅਪਲਾਈ ਕਰਨਾ ਹੈ ਤਾਂ ਤੁਹਾਨੂੰ EOI ਪ੍ਰੋਫਾਈਲ ਰਜਿਸਟਰ ਕਰਵਾਉਣੀ ਹੋਵੇਗੀ। ਫਿਰ ਤੁਹਾਡੀ ਪ੍ਰੋਫਾਈਲ ਸਿਲੈਕਸ਼ਨ ਪੂਲ ਦੇ ਵਿੱਚ ਦਾਖਲ ਹੋ ਜਾਵੇਗੀ ਅਤੇ ਤੁਹਾਡੇ ਜਵਾਬ ਦੇ ਆਧਾਰ ਦੇ ਉੱਪਰ ਤੁਹਾਨੂੰ ਅੰਕ ਦਿੱਤੇ ਜਾਣਗੇ। ਫਿਰ ਓਨਟਾਰੀਓ ਵੱਲੋਂ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਸੱਦਾ ਦਿੱਤਾ ਜਾਵੇਗਾ। ਯਾਦ ਰਹੇ ਕਿ ਇਸ EOI ਰਜਿਸਟ੍ਰੇਸ਼ਨ ਦੇ ਨਾਲ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਇਨਵੀਟੇਸ਼ਨ ਮਿਲੇ। ਜੇਕਰ ਤੁਹਾਡੀ ਚੋਣ ਹੋਵੇਗੀ ਤਾਂ ਤੁਹਾਨੂੰ OINP ਵੱਲੋਂ ਸੂਚਿਤ ਕੀਤਾ ਜਾਵੇਗਾ। EOI ਰਜਿਸਟ੍ਰੇਸ਼ਨ 12 ਮਹੀਨੇ ਦੇ ਲਈ ਹੈ ਜਾਂ ਫਿਰ ਜਦ ਤੱਕ ਤੁਹਾਨੂੰ ਸੱਦਾ ਨਹੀਂ ਮਿਲਦਾ ਤੁਸੀਂ ਆਪਣੀ ਰਜਿਸਟ੍ਰੇਸ਼ਨ ਵਿਦਡਰਾਅ ਕਰ ਸਕਦੇ ਹੋ। 12 ਮਹੀਨੇ ਬਾਅਦ EOI ਆਪਣੇ ਆਪ ਹੀ ਹਟ ਜਾਵੇਗੀ, ਯਾਨੀ ਕਿ ਡਿਲੀਟ ਹੋ ਜਾਵੇਗੀ। ਦੱਸ ਦਈਏ ਕਿ ਰਜਿਸਟਰ ਕਰਨ ਦੇ ਉੱਪਰ ਕੋਈ ਵੀ ਖਰਚਾ ਨਹੀਂ ਆਵੇਗਾ, ਪਰ ਜੇਕਰ ਤੁਹਾਡੀ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਚੋਣ ਹੋ ਜਾਂਦੀ ਹੈ ਤਾਂ ਤੁਹਾਨੂੰ ਅਰਜ਼ੀ ਦੇ ਨਾਲ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।
ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਮੰਤਰੀ ਹੈਰੀ ਬੈਂਸ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ 3 ਘੰਟੇ ਦੀ ਪੇਡ ਲੀਵ ਦਿੱਤੀ ਜਾਵੇਗੀ। ਇਹਨਾਂ 3 ਘੰਟਿਆਂ ਦੇ ਵਿੱਚ ਜਿਹੜੇ ਵਰਕਰਸ ਨੇ ਉਹ ਟੀਕਾ ਲਗਵਾਉਣ ਦੇ ਲਈ ਵੀ ਜਾ ਸਕਦੇ ਨੇ। ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਪਾਰਟ ਟਾਈਮ ਅਤੇ ਫੁੱਲ ਟਾਈਮ ਵਰਕਰਸ ਨੇ ਉਹਨਾਂ ਦੋਨਾਂ ਨੂੰ ਇਸ ਦੇ ਵਾਸਤੇ ਐਲੀਜੀਬਲ ਰੱਖਿਆ ਗਿਆ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ ਟੀਕਾ ਲਗਵਾਉਣ ਦੇ ਵਾਸਤੇ 3 ਘੰਟੇ ਦੀ ਪੇਡ ਲੀਵ ਮਿਲ ਸਕਦੀ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਵੈਕਸੀਨੇਸ਼ਨ ਦੇ ਲਈ 3 ਘੰਟੇ ਦੀ ਪੇਡ ਲੀਵ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਲੇਬਰ ਮੰਤਰੀ ਹੈਰੀ ਬੈਂਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ, ਇਸ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਇੰਪਲੋਇਮੈਂਟ ਸਟੈਂਡਰਡਸ ਐਕਟ ਦੇ ਵਿੱਚ ਬਦਲਾਅ ਕੀਤਾ ਗਿਆ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ। ਇਸ ਨਵੇਂ ਬਦਲਾਅ ਨੂੰ 19 ਅਪ੍ਰੈਲ ਤੋਂ ਲਾਗੂ ਮੰਨਿਆ ਜਾਵੇਗਾ। ਇਸ ਦੇ ਵਿੱਚ ਪਾਰਟ ਟਾਈਮ ਅਤੇ ਫੁੱਲ ਟਾਈਮ ਵਰਕਰਸ ਦੋਨਾਂ ਨੂੰ ਹੀ ਸ਼ਾਮਿਲ ਕੀਤਾ ਗਿਆ, ਜਾਣੀ ਕਿ ਫੁੱਲ ਟਾਈਮ ਅਤੇ ਪਾਰਟ ਟਾਈਮ ਵਰਕਰਸ ਦੋਨੋਂ ਹੀ ਇਸ ਪੇਡ ਲੀਵ ਦੇ ਲਈ ਐਲੀਜੀਬਲ ਹੋਣਗੇ। ਮੰਤਰਾਲੇ ਵੱਲੋਂ ਇਸ ਦੌਰਾਨ ਕਿਹਾ ਗਿਆ ਕਿ ਉਹਨਾਂ ਵੱਲੋਂ ਇਹ ਤੈਅ ਕੀਤਾ ਜਾਵੇਗਾ ਕਿ ਜੇਕਰ ਕੋਈ ਵੀ ਵਰਕਰ ਵੈਕਸੀਨ ਜਾਣੀ ਕਿ ਟੀਕਾ ਲਗਵਾਉਣ ਦੇ ਲਈ ਜਾਂਦਾ ਹੈ ਤਾਂ ਉਸ ਦੀ ਪੇ ਜਾਣੀ ਕਿ ਤਨਖਾਹ ਨਾ ਕੱਟੀ ਜਾਵੇ। ਲੇਬਰ ਮਿਨਿਸਟਰ ਹੈਰੀ ਬੈਂਸ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਦੇ ਨਾਲ ਕੋਵਿਡ-19 ਵਾਇਰਸ ਦੇ ਖਤਰੇ ਦੇ ਫੈਲਾਅ ਨੂੰ ਰੋਕਿਆ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਸ ਐਲਾਨ ਦਾ ਜ਼ਿਕਰ ਕੀਤਾ ਅਤੇ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਓਨਟਾਰੀਓ ਵੱਲੋਂ ਵੀ ਕੱਲ ਇੱਕ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਪੇਡ ਸਿਕ ਲੀਵ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਇਹ ਹੋਵੇਗਾ ਕਿ ਜਿਹੜੇ ਵਰਕਰਸ ਨੇ ਉਹਨਾਂ ਨੂੰ 3 ਦਿਨਾਂ ਦੀ ਜ਼ਰੂਰਤ ਦੇ ਚੱਲਦਿਆਂ ਪੇਡ ਸਿਕ ਲੀਵ ਦਿੱਤੀ ਜਾਵੇਗੀ। ਇਹ ਉਹਨਾਂ ਦੇ ਵਾਸਤੇ ਹੋਵੇਗੀ ਜਿਨ੍ਹਾਂ ਨੂੰ ਕੋਈ ਸਿੰਪਟਮਸ ਆਉਂਦੇ ਨੇ, ਜਿਨ੍ਹਾਂ ਨੇ ਵੈਕਸੀਨ ਲਗਵਾਉਣ ਜਾਣਾ ਹੈ ਜਾਂ ਫਿਰ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਮੈਂਟਲ ਇਸ਼ੂਜ਼ ਆ ਰਹੇ ਹਨ। ਇਸ ਪ੍ਰੋਗਰਾਮ ਦੇ ਵਿੱਚ ਵੀ ਪਾਰਟ ਟਾਈਮ ਅਤੇ ਫੁੱਲ ਟਾਈਮ ਵਰਕਰਸ ਦੋਨਾਂ ਨੂੰ ਹੀ ਸ਼ਾਮਿਲ ਕੀਤਾ ਗਿਆ। ਕੈਨੇਡਾ ਵੱਲੋਂ ਜੌਨਸਨ ਐਂਡ ਜੌਨਸਨ ਵੈਕਸੀਨ ਦਾ ਟੀਕਾ ਵੀ ਅਪਰੂਵ ਕੀਤਾ ਗਿਆ ਸੀ, ਪਰ ਇਸ ਦੀ ਸ਼ਿਪਮੈਂਟ ਅਜੇ ਤੱਕ ਨਹੀਂ ਪਹੁੰਚੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਇਸ ਦੀ ਜਾਣਕਾਰੀ ਦਿੱਤੀ ਗਈ ਕਿ ਪਹਿਲੀ ਜਿਹੜੀ ਸ਼ਿਪਮੈਂਟ ਹੈ ਜੌਨਸਨ ਟੀਕੇ ਦੀ ਕੈਨੇਡਾ ਨੂੰ ਮਿਲ ਗਈ ਹੈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ 4 ਵੈਕਸੀਨ ਅਪਰੂਵ ਕੀਤੇ ਗਏ ਨੇ। ਜੌਨਸਨ ਟੀਕੇ ਦੀ ਪਹਿਲੀ ਸ਼ਿਪਮੈਂਟ ਪਹੁੰਚੀ ਹੈ। ਇਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਕਿ ਕਿੰਨੀਆਂ ਡੋਜ਼ਸ ਪਹੁੰਚੀਆਂ। ਕੈਨੇਡਾ ਵੱਲੋਂ ਜੌਨਸਨ ਐਂਡ ਜੌਨਸਨ ਵੈਕਸੀਨ ਅਪਰੂਵ ਕੀਤਾ ਗਿਆ ਸੀ ਅਤੇ ਇਸ ਦੀ ਪਹਿਲੀ ਸ਼ਿਪਮੈਂਟ ਕੈਨੇਡਾ ਨੂੰ ਮਿਲ ਗਈ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਜੋ ਕੈਨੇਡਾ ਵੱਲੋਂ ਜੌਨਸਨ ਦਾ ਟੀਕਾ ਅਪਰੂਵ ਕੀਤਾ ਗਿਆ ਸੀ, ਉਸ ਦੀ ਪਹਿਲੀ ਸ਼ਿਪਮੈਂਟ ਕੈਨੇਡਾ ਨੂੰ ਮਿਲ ਗਈ ਹੈ। ਨਾਲ ਹੀ ਟਰੂਡੋ ਨੇ ਦੱਸਿਆ ਹੈ ਕਿ ਮੋਡਰਨਾ ਵੈਕਸੀਨ ਦੀਆਂ ਡੋਜ਼ਸ ਵੀ ਕੈਨੇਡਾ ਨੂੰ ਮਿਲੀਆਂ, ਜਾਣੀ ਕਿ ਕੁੱਲ ਮਿਲਾ ਕੇ 1 ਮਿਲੀਅਨ ਡੋਜ਼ਸ ਕੈਨੇਡਾ ਨੂੰ ਪਹੁੰਚੀਆਂ। ਤੇ ਨਾਲ ਹੀ ਉਹਨਾਂ ਨੇ ਉਮੀਦ ਕੀਤੀ ਹੈ ਕਿ ਭਵਿੱਖ ਦੇ ਵਿੱਚ ਲਗਾਤਾਰ ਇਸ ਦੀ ਸਪਲਾਈ ਕੈਨੇਡਾ ਨੂੰ ਪਹੁੰਚਦੀ ਰਹੇਗੀ। ਉਧਰ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਇਸ ਸੰਬੰਧੀ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਹਫ਼ਤੇ 15 ਮਿਲੀਅਨ ਤੋਂ ਵੱਧ ਡੋਜ਼ਸ ਪਹੁੰਚੀਆਂ ਹਨ। ਨਾਲ ਹੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਦੇ ਵਿੱਚ 30% ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕਿਆ, ਜਾਣੀ ਕਿ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਜੇਕਰ ਜੌਨਸਨ ਟੀਕੇ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵੱਲੋਂ ਜੋ ਚੌਥਾ ਟੀਕਾ ਅਪਰੂਵ ਕੀਤਾ ਗਿਆ ਸੀ ਉਹ ਜੌਨਸਨ ਦਾ ਟੀਕਾ ਸੀ। ਇਸ ਤੋਂ ਪਹਿਲਾਂ ਕੋਈ ਵੀ ਸ਼ਿਪਮੈਂਟ ਕੈਨੇਡਾ ਨੂੰ ਨਹੀਂ ਮਿਲੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਹਫ਼ਤੇ ਇਹ ਟੀਕਾ ਕੈਨੇਡਾ ਨੂੰ ਪਹੁੰਚੇਗਾ ਤੇ ਅਜਿਹਾ ਹੀ ਹੋਇਆ, ਜਿਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਅਤੇ ਪ੍ਰੋਕਿਉਰਮੈਂਟ ਮਿਨਿਸਟਰ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ। ਸਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਇਤਿਹਾਸਿਕ ਇਮਾਰਤ ਸਟ੍ਰਾਬੇਰੀ ਹਿੱਲ ਹਾਲ ਦੇ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਡਿਪਾਰਟਮੈਂਟ ਨੂੰ ਕਈ ਕਾਲਸ ਇਸ ਬਾਰੇ ਆਈਆਂ, ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਨਾਲ ਹੀ ਉਹਨਾਂ ਵੱਲੋਂ ਫਿਲਹਾਲ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਬਿਲਡਿੰਗ ਦੇ ਵਿੱਚ ਜਾਨੀ ਇਮਾਰਤ ਦੇ ਵਿੱਚ ਅੱਗ ਕਿਸ ਤਰ੍ਹਾਂ ਲੱਗੀ। ਸਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਅੱਗ ਲੱਗਣ ਦੇ ਕਾਰਨ ਸਟ੍ਰਾਬੇਰੀ ਹਿੱਲ ਹਾਲ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ। ਸਰੀ ਫਾਇਰ ਸਰਵਿਸਿਜ਼ ਐਸੋਸੀਏਸ਼ਨ ਚੀਫ ਆਫ ਆਪਰੇਸ਼ਨ ਵੱਲੋਂ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਤੜਕੇ 5 ਵਜੇ ਦੇ ਕਰੀਬ ਵਿਭਾਗ ਨੂੰ ਕਈ ਇਸ ਸੰਬੰਧੀ ਫੋਨ ਆਏ। ਉਹਨਾਂ ਨਾਲ ਹੀ ਜਾਣਕਾਰੀ ਦਿੱਤੀ ਗਈ ਕਿ ਜਦੋਂ ਕਰਮਚਾਰੀ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਸੀ। ਸਵੇਰੇ 8 ਵਜੇ ਤੱਕ ਕ੍ਰਿਊ ਵੱਲੋਂ ਇਸ ਮਾਮਲੇ ਨੂੰ ਸਮੇਟਿਆ ਗਿਆ। ਇਸ ਦੌਰਾਨ ਰਾਹਤ ਦੀ ਖਬਰ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾਲ ਹੀ ਕਿਸੇ ਨੂੰ ਵੀ ਕੋਈ ਗੰਭੀਰ ਸੱਟਾਂ ਨਹੀਂ ਆਈਆਂ। ਸਰਬਿਕ ਨੇ ਦੱਸਿਆ ਹੈ ਕਿ ਅੱਗ ਦੇ ਨਾਲ ਨੁਕਸਾਨ ਹੋਇਆ।
ਉਹਨਾਂ ਨਾਲ ਇਹ ਵੀ ਦੱਸਿਆ ਕਿ ਇਹ ਇੱਕ ਇਤਿਹਾਸਿਕ ਇਮਾਰਤ ਹੈ ਅਤੇ ਇਹ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਨਹੀਂ ਗਈ। ਅਜੇ ਤੱਕ ਇਹ ਤਾਂ ਨਹੀਂ ਪਤਾ ਚੱਲ ਸਕਿਆ ਕਿ ਅੱਗ ਕਿਉਂ ਲੱਗੀ। ਇਸ ਬਾਰੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ RCMP ਵੱਲੋਂ ਦੱਸਿਆ ਗਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਕਿ ਇਸ ਸਟ੍ਰਾਬੇਰੀ ਹਿੱਲ ਹਾਲ ਦੇ ਵਿੱਚ ਅੱਗ ਕਿਸ ਤਰ੍ਹਾਂ ਲੱਗੀ। ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ, ਪਰ ਫਿਲਹਾਲ ਉਹਨਾਂ ਵੱਲੋਂ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਜੋ ਬਾਈਡਨ ਵੱਲੋਂ ਅਮਰੀਕਨਸ ਦੇ ਲਈ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਵਰਕਰਸ ਨੇ ਉਹਨਾਂ ਦੇ ਵਾਸਤੇ 12 ਹਫ਼ਤਿਆਂ ਦੀ ਪੇਡ ਲੀਵ ਹੋਵੇਗੀ। ਇਸ ਸੰਬੰਧੀ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਵਾਂਗੇ ਇਸ ਖਬਰ ਅੰਦਰ। ਜੋ ਬਾਈਡਨ ਵੱਲੋਂ ਅਮਰੀਕਨਸ ਦੇ ਲਈ ਇੱਕ ਨਵਾਂ ਪਲਾਨ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਵਰਕਰਸ ਨੂੰ 12 ਹਫ਼ਤਿਆਂ ਦੀ ਪੇਡ ਲੀਵ ਦਿੱਤੀ ਜਾਵੇਗੀ। ਰਾਸ਼ਟਰਪਤੀ ਮੁਤਾਬਕ 12 ਹਫ਼ਤਿਆਂ ਦੀ ਪੇਡ ਫੈਮਿਲੀ ਐਂਡ ਮੈਡੀਕਲ ਲੀਵ ਵਰਕਰਸ ਨੂੰ ਦਿੱਤੀ ਜਾਵੇਗੀ। ਜਿਹੜੇ ਵਰਕਰਸ ਛੁੱਟੀ ਤੇ ਹੋਣਗੇ ਉਹਨਾਂ ਨੂੰ $4000 ਮਹੀਨੇ ਤੇ ਮਿਲਣਗੇ। ਦੱਸੀਏ ਕਿ ਫੈਡਰਲ ਪੇਡ ਲੀਵ ਪਾਲਿਸੀ ਜੋ ਵਰਕਰਸ ਦੇ ਲਈ ਲਿਆਂਦੀ ਜਾ ਰਹੀ ਹੈ, ਇਹ ਇੱਕ ਕਾਫੀ ਵੱਡਾ ਕਦਮ ਹੈ। ਨੈਸ਼ਨਲ ਪੇਡ ਫੈਮਿਲੀ ਐਂਡ ਮੈਡੀਕਲ ਲੀਵ ਪ੍ਰੋਗਰਾਮ ਦੇ ਤਹਿਤ $225 ਬਿਲੀਅਨ ਦਾ ਖਰਚਾ ਆਵੇਗਾ। ਇਸ ਦੇ ਨਾਲ ਹੀ ਲੋਐਸਟ ਵੇਜ ਵਰਕਰਸ ਨੂੰ ਪਹਿਲਾਂ ਦੀ ਕਮਾਈ ਦੇ ਆਧਾਰ ਦੇ ਉੱਪਰ 80% ਦਿੱਤਾ ਜਾਵੇਗਾ। ਇਸ ਪਲਾਨ ਦੇ ਤਹਿਤ 3 ਦਿਨਾਂ ਦੀ ਸਾਲ ਦੇ ਵਿੱਚ ਵਾਧੂ ਲੀਵ ਵੀ ਦਿੱਤੀ ਜਾਵੇਗੀ, ਜੋ ਕਿ ਸੋਗ ਦੇ ਵਾਸਤੇ ਹੋਵੇਗੀ। ਇਸ ਦੇ ਨਾਲ ਹੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕਾਂਗਰਸ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਬਿੱਲ ਨੂੰ ਪਾਸ ਕੀਤਾ ਜਾਵੇ। ਅਜਿਹੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਸੋ ਅਮਰੀਕਾ ਦੇ ਵਰਕਰਸ ਦੇ ਲਈ ਇਹ ਇੱਕ ਵੱਡਾ ਕਦਮ ਹੈ ਕਿ ਬਾਈਡਨ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ 12 ਹਫ਼ਤਿਆਂ ਦੀ ਪੇਡ ਲੀਵ ਦਿੱਤੀ ਜਾਵੇਗੀ, ਜਿਸ ਦਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਨੇ ਕਈ ਜਾਨਾਂ ਲੈ ਲਈਆਂ। ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਪਹਿਲੇ 3 ਮਹੀਨਿਆਂ ਦੌਰਾਨ ਇਲਿਸਿਟ ਡਰੱਗ ਦੇ ਕਾਰਨ 500 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ। ਇਸ ਦੀ ਜਾਣਕਾਰੀ ਜਾਣੀ ਕਿ ਇਸ ਦੇ ਅੰਕੜੇ ਸਾਂਝੇ ਕੀਤੇ ਗਏ ਨੇ। ਇਸ ਦੀ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਦੱਸ ਦਈਏ ਕਿ ਮਾਰਚ ਮਹੀਨੇ ਹੀ ਮੌਤਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਪਿਛਲੇ ਸਾਲ ਦੇ ਮੁਕਾਬਲੇ ਦੇਖਣ ਨੂੰ ਮਿਲਿਆ। ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ, ਜਿੱਥੇ 2021 ਦੇ ਪਹਿਲੇ 3 ਮਹੀਨਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 500 ਦੇ ਕਰੀਬ ਮੌਤਾਂ ਹੋਈਆਂ, ਜਿਸ ਦਾ ਕਾਰਨ ਇਲਿਸਿਟ ਡਰੱਗ ਦੱਸਿਆ ਗਿਆ। ਇਹ ਜਾਣਕਾਰੀ ਮਿਨਿਸਟਰੀ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਾਰਚ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 158 ਜਾਨਾਂ ਇਸ ਦੇ ਕਾਰਨ ਗਈਆਂ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਪ੍ਰੋਵਿੰਸ ਦੇ ਵਿੱਚ ਹੁਣ ਤੱਕ 498 ਮੌਤਾਂ ਹੋਈਆਂ, ਜਿਸ ਦਾ ਕਾਰਨ ਇਲਿਸਿਟ ਡਰੱਗ ਹੀ ਰਿਹਾ। BC ਕਾਰਨਰ ਸਰਵਿਸਿਜ਼ ਦੀ ਚੀਫ ਕਾਰਨਰ ਲਿਜ਼ਾ ਵੱਲੋਂ ਇਸ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਦੇ ਨਾਲ ਹੀ ਦੱਸਿਆ ਗਿਆ ਜੇਕਰ ਪਿਛਲੇ ਮਹੀਨੇ 2020 ਦੀ ਗੱਲ ਕੀਤੀ ਜਾਵੇ ਤਾਂ ਹੁਣ ਜੋ ਮੌਤਾਂ ਹੋ ਰਹੀਆਂ ਨੇ, ਇਸ ਦੇ ਨਾਲ ਇਹ ਪਤਾ ਚੱਲਿਆ ਕਿ ਇਹਨਾਂ ਮੌਤਾਂ ਦੇ ਵਿੱਚ ਵਾਧਾ ਹੋਇਆ, ਜੋ ਕਿ 41% ਰਿਹਾ। ਇਸ ਦੇ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਇੱਕ ਦਿਨ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਦੇ ਵਿੱਚ 5 ਜਾਣਿਆਂ ਦੀ ਮੌਤ ਇਸ ਨਸ਼ੇ ਦੇ ਕਾਰਨ ਹੋ ਰਹੀ ਹੈ। ਜਨਵਰੀ ਤੋਂ ਮਾਰਚ 2017 ਦੀ ਜੇਕਰ ਗੱਲ ਕੀਤੀ ਜਾਵੇ ਤਾਂ 401 ਮੌਤਾਂ ਉਸ ਦੌਰਾਨ ਹੋਈਆਂ ਸਨ। 2021 ਦੇ ਦੌਰਾਨ 69% ਦੀ ਮੌਤਾਂ ਅਜਿਹੀਆਂ ਹਨ ਜਿਹੜੀਆਂ ਕਿ 30 ਸਾਲ ਤੋਂ ਲੈ ਕੇ 59 ਸਾਲ ਉਮਰ ਵਰਗ ਦੇ ਨਾਲ ਸੰਬੰਧਿਤ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ 2021 ਦੇ ਦੌਰਾਨ ਜਿਹੜੀਆਂ ਇਲਿਸਿਟ ਡਰੱਗ ਦੇ ਕਾਰਨ ਮੌਤਾਂ ਹੋਈਆਂ, ਉਹਨਾਂ ਦੇ ਵਿੱਚੋਂ 80% ਦੀ ਮੇਲ ਸਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਦੇ ਨਾਲ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਸਮੇਂ-ਸਮੇਂ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਇਸ ਦੇ ਖਿਲਾਫ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਕਿ ਇਸ ਦੇ ਉੱਪਰ ਕਾਬੂ ਪਾਇਆ ਜਾ ਸਕੇ। ਪਰ ਇਸ ਸੰਬੰਧੀ ਹੁਣ ਮਿਨਿਸਟਰੀ ਆਫ ਪਬਲਿਕ ਸੇਫਟੀ ਅਤੇ ਸੋਲਿਸਿਟਰ ਜਨਰਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ 1 ਮਹੀਨੇ ਦੇ ਵਿੱਚ ਹੀ ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੀ ਵੱਡੀ 에ਅਰਲਾਈਨ ਯਾਤਰੀਆਂ ਨੂੰ ਦੇਵੇਗੀ ਮੁਆਵਜ਼ਾ। ਸਰਕਾਰ ਦੇ ਨਾਲ 에ਅਰਲਾਈਨ ਨੇ ਕੀਤੀ $700 ਮਿਲੀਅਨ ਦੀ ਡੀਲ। ਸਰੀ ਵਾਸੀਆਂ ਦੇ ਵਿੱਚ ਵੈਕਸੀਨ ਲਗਵਾਉਣ ਦਾ ਉਤਸ਼ਾਹ, ਕਲੀਨਿਕ ਬਾਹਰ ਲੱਗੀਆਂ ਲੰਬੀਆਂ ਕਤਾਰਾਂ। ਬਾਰਡਰ ਤੇ ਨਸ਼ੇ ਦੇ ਨਾਲ ਫੜੇ ਟਰੱਕ, ਅਧਿਕਾਰੀਆਂ ਨੇ ਫੜੇ 2 ਟਰੱਕ। ਮਈ 1 ਤੋਂ ਲਾਗੂ ਹੋਣਗੇ ICBC ਦੇ ਨਵੇਂ ਨਿਯਮ, ਗ੍ਰਾਹਕਾਂ ਨੂੰ ਹੋਵੇਗਾ 20% ਫਾਇਦਾ। ਕੈਨੇਡਾ ਨੇ 2 ਐਕਸਪ੍ਰੈਸ ਐਂਟਰੀ ਡਰਾਅ ਦਾ ਕੀਤਾ ਐਲਾਨ, ਵੱਡੀ ਗਿਣਤੀ ਉਮੀਦਵਾਰਾਂ ਦੀ ਝਾਕੀ ਕਿਸਮਤ। ਵਿਰੋਧੀ ਪਾਰਟੀ ਲੀਡਰ ਦੀ ਸਰਕਾਰ ਤੋਂ ਮੰਗ, 24 ਮਈ ਤੱਕ ਲੱਗਣ ਸਾਰਿਆਂ ਨੂੰ ਟੀਕੇ। ਜਾਣੋ ਕੈਨੇਡਾ ਦੀ ਕਰੋਨਾ ਬਾਰੇ ਅਪਡੇਟ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।